श्री वाहेगुरु। धर जी रे कटे कतों लाहे बेडानी आस। नानक नाम त्याई कारज आवेरा। ऊंचा आगम अपार प्रभ कथन न जाए अकथ। नानक प्रभ शरणागति राखन कौ समरथ। तुत चे बड़ आबर न कोई। तुद जे बड़ आबर न कोई। तुद जे बड़ आबर न कोई। तुद जी बड़ आबर न कोई। तुद जी बड़ आबर न। तुद जी बड़ आबर न कोई। जी बड़ आबर न कोई। तुद जे बड़ आबर न कोई। धन श्री गुरु ग्रंथ साहिब जी। धन श्री गुरु ग्रंथ साहिब जी। धन श्री गुरु ग्रंथ साहिब जी। ग्रंथ साहिब जी। साहिब जी ग्रंथ तन गुरु प्यारे। तन गुरु प्यारे। गुरु प्यारे। तन गुरु प्यारे। गुरु प्यारे। तन गुरु प्यारे। जे बड़े आबर न कोई। तुद जे बड़े आबर न कोई। तुद जे बड़ आबर न कोई। जे बड़ आबर न कोई। जे बड़ आबर न कोई। वाहिगुरु 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 वाहिगुरु
ਵਾਹਿਗੁਰੂ 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 ਕਲ ਤਾਰਨ ਗੁਰ ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਗਤ ਤਰਾਇਆ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਦਾਤਾ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਦਾਤਾ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਦਾਤਾ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਕਲ ਤਾਰਨ ਗੁਰੂ ਨਾਨਕ ਆਏ ਨਾਨਕ ਆਏ ਕਲ ਤਾਰਨ ਗੁਰੂ ਨਾਨਕ ਆਏ ਮਿੱਟੀ ਧੁੰਦ ਜਗ ਚਾਨਣ ਹੋਇਆ ਚਾਨਣ ਹੋਇਆ ਚਾਨਣ ਹੋਇਆ ਸਤਿਗੁਰ ਨਾਨਕ ਪ੍ਰਗਟਿਆ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਪ੍ਰਗਟਿਆ ਕਲ ਤਾਰਨ ਗੁਰੂ ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਗੁਰੂ ਖਾਲਸਾ ਸਤ ਸੰਗਤ ਜੀਓ, ਆਓ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਬਹੁਤ ਹੀ ਸਤਿਕਾਰਯੋਗ ਸਰਦਾਰ ਜੋਗਿੰਦਰ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ ਹੈ। ਕੱਲ੍ਹ ਰੋਜ਼ ਤੋਂ ਲੈ ਕਰਕੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ, ਸੋ ਆਓ ਮਹਾਰਾਜ ਨੇ ਕਿਰਪਾ ਕੀਤੀ। ਕੁਝ ਸਮਾਂ
ਪਰਿਵਾਰ ਦੀ ਇੱਛਾ ਅਨੁਸਾਰ ਜਿਨ੍ਹਾਂ ਦੇ ਅੰਦਰ ਸਤ ਸੰਗਤ ਦਾ ਪਿਆਰ ਹੁੰਦਾ ਹੈ, ਸਾਧ ਸੰਗਤ ਜੀ ਉਹ ਪਿਆਰ ਦਾ ਇਜ਼ਹਾਰ ਕਰਦੇ। ਸੋ ਆਓ ਕੁਝ ਸਮੇਂ ਵਾਸਤੇ ਆਪਾਂ ਸਾਰੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਰਹੇ ਹਾਂ। ਆਓ ਯਤਨ ਕਰੀਏ ਵੀ ਸਾਰੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜੀਏ। ਸਾਰਾ ਪਰਿਵਾਰ, ਸੰਬੰਧੀ, ਰਿਸ਼ਤੇਦਾਰ ਸਾਰੇ ਆਓ ਆਪਾਂ ਇਕੱਤਰ ਹੋ ਕੇ ਕੁਝ ਸਮਾਂ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਦੀ ਸਾਂਝ ਪਾਈਏ। ਗੁਰੂ ਨਾਨਕ ਦੀ ਵਿਚਾਰਧਾਰਾ ਇੱਕ ਵਿਲੱਖਣ ਵਿਚਾਰਧਾਰਾ ਸੀ। ਉਹਨਾਂ ਨੇ ਦੁਨੀਆਦਾਰਾਂ ਤੋਂ ਹਟ ਕੇ ਕਰਮ ਕੀਤੇ। ਕੰਮ ਉਹੀ ਸਨ। ਦੁਨੀਆ ਵੀ ਕਿਰਤ ਕਰਦੀ ਹੈ, ਗੁਰੂ ਨਾਨਕ ਸਾਹਿਬ ਨੇ ਵੀ ਕਿਰਤ ਕੀਤੀ। ਕੰਮ ਉਹੀ ਸੀ, ਪਰ ਢੰਗ ਜਿਹੜਾ ਸੀ ਕਿਰਤ ਕਰਨ ਦਾ ਉਹ ਤਬਦੀਲ ਕੀਤਾ ਗੁਰੂ ਸਾਹਿਬ ਨੇ। ਜਿਸ ਸਮੇਂ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਅਵਤਾਰ ਧਾਰਨ ਕਰਦੇ, ਉਸ ਸਮੇਂ ਦੁਨੀਆ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਸੀ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਵੀ ਮਿੱਟੀ ਧੁੰਦ ਜਗ ਚਾਨਣ ਹੋਆ ਸਤਿਗੁਰੂ ਨਾਨਕ ਪ੍ਰਗਟਿਆ। ਉਹ ਸਿਆਲ ਦੀ ਧੁੰਦ ਨਹੀਂ ਸੀ, ਉਹ ਵਿਕਾਰਾਂ ਰੂਪੀ, ਪਾਪਾਂ ਰੂਪੀ, ਅਤਿਆਚਾਰ ਰੂਪੀ ਧੁੰਦ ਸੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਆਉਣ ਨਾਲ ਖਤਮ ਹੋਈ। ਧਰਤੀ ਦੀ ਪੁਕਾਰ ਸੁਣ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਕਹਿੰਦੇ ਧਰਤੀ ਨੇ ਪੁਕਾਰ ਕੀਤੀ ਸੀ ਵੀ ਇਹ ਜ਼ੁਲਮੀ ਬੰਦਿਆਂ ਦਾ ਜਿਹੜਾ ਭਾਰ ਹੈ, ਪਾਪੀ ਬੰਦਿਆਂ ਦਾ ਜਿਹੜਾ ਭਾਰ ਹੈ, ਇਹ ਮੇਰੇ ਤੋਂ ਚੱਕਿਆ ਨਹੀਂ ਜਾਂਦਾ। ਇਹ ਇੰਨਾ ਭਾਰ ਵੱਧ ਗਿਆ ਕਿ ਮੈਨੂੰ ਹੁਣ ਇਹ ਭਾਰ ਝੱਲਣਾ ਮੁਸ਼ਕਲ ਹੋ ਗਿਆ। ਫਿਰ ਕਹਿੰਦੇ ਧਰਤੀ ਦੀ ਪੁਕਾਰ ਸੁਣ ਕੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਫਿਰ ਨਿਰੰਕਾਰ ਦਾ ਰੂਪ ਧਾਰਨ, ਨਿਰੰਕਾਰ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਮਹਿਤਾ ਕਲਿਆਣ ਦਾਸ ਜੀ ਦੇ ਘਰ ਅਵਤਾਰ ਧਾਰਨ ਕੀਤਾ। ਸਭ ਤੋਂ ਪਹਿਲਾਂ ਦਰਸ਼ਨ ਜਿਹੜੇ ਸਨ ਮਹਾਰਾਜ ਦੇ, ਉਹ ਦੌਲਤਾਂ ਦਾਈ ਨੇ ਕੀਤੇ। ਜਦੋਂ ਦੌਲਤਾਂ ਦਾਈ ਨੇ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ, ਉਹਨਾਂ ਦੇ ਜਨਮ ਤੋਂ ਬਾਅਦ ਇੱਕ ਵੱਖਰਾ ਅੰਦਾਜ਼ ਤੇ ਵੱਖਰੀ ਚਮਕ ਮਾਤਾ ਉਸ ਬੀਬੀ ਦੌਲਤਾਂ ਦਾਈ ਨੂੰ ਨਜ਼ਰ ਆਈ। ਉਹ ਸਮਝ ਗਈ ਸੀ ਵੀ ਜਿਹੜਾ ਮਹਿਤਾ ਕਲਿਆਣ ਦਾਸ ਦੇ ਘਰ ਬਾਲਕ ਜਨਮੇ, ਇਹ ਕੋਈ ਆਮ ਨਹੀਂ ਹੋਣਾ, ਇਹ ਤੇ ਕੋਈ ਰੱਬੀ ਰੂਹ ਹੈ। ਕੋਈ ਰੱਬੀ ਰੂਹ ਇਸ ਘਰ ਦੇ ਵਿੱਚ ਪ੍ਰਗਟ ਹੋ ਗਈ ਹੈ। ਸਮਝ ਗਈ ਸੀ ਉਹ ਦੌਲਤਾਂ। ਕਈ ਬਚਪਨ ਵਿੱਚ ਮਹਾਰਾਜ ਨੇ ਕ੍ਰਿਸ਼ਮੇ ਵੀ ਦਿਖਾਏ ਸਨ ਦੌਲਤਾਂ ਦਾਈ ਨੂੰ। ਤੇ ਸਾਧ ਸੰਗਤ ਪਹਿਲੇ ਦਰਸ਼ਨ ਦੌਲਤਾਂ ਦਾਈ ਨੇ ਕੀਤੇ ਤੇ ਪਹਿਲੀ ਜਿਹੜੀ ਸਮਝ ਸੀ ਉਹ ਕਿਹਨੂੰ ਆਈ ਗੁਰੂ ਨਾਨਕ ਸਾਹਿਬ ਬਾਰੇ, ਜਾਂ ਪਹਿਲਾ ਸਿੱਖ ਕੌਣ ਸੀ ਗੁਰੂ ਨਾਨਕ ਸਾਹਿਬ ਦਾ? ਉਹ ਸਨ ਭੈਣ ਨਾਨਕੀ ਜੀ। ਸਭ ਤੋਂ ਪਹਿਲੇ ਸਿੱਖ ਹੋਏ ਹੈ ਗੁਰੂ ਨਾਨਕ ਸਾਹਿਬ ਦੇ। ਵੱਡੀ ਭੈਣ ਸੀ ਗੁਰੂ ਸਾਹਿਬ ਦੀ, ਭੈਣ ਨਾਨਕੀ। ਸਾਧ ਸੰਗਤ ਜੀ, ਭੈਣ ਨਾਨਕੀ ਨੇ ਆਪਣੇ ਭਰਾ ਨੂੰ ਭਰਾ ਘੱਟ ਮੰਨਿਆ ਸੀ ਜਦੋਂ ਤੋਂ ਸਮਝ ਲੱਗ ਗਈ, ਤੇ ਨਿਰੰਕਾਰ ਜ਼ਿਆਦਾ ਮੰਨਦੀ ਸੀ। ਮਾਤਾ ਪਿਤਾ ਜਿਹੜੇ ਸਨ ਉਹ ਦੁਨਿਆਵੀ, ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਸਮਝਦੇ ਹਾਂ ਇੱਦਾਂ ਸਮਝਦੇ ਸਨ। ਉਹਨਾਂ ਨੇ ਤੇ ਆਪਣਾ ਪੁੱਤਰ ਹੀ ਸਮਝਿਆ। ਤੇ ਨਾਨਕੀ ਜੀ ਨੇ ਭਰਾ ਦੇ ਨਾਲ ਨਾਲ ਨਿਰੰਕਾਰ ਵੀ ਸਮਝਿਆ। ਹਰ ਇੱਕ ਮਾਂ ਪਿਓ ਦੀ ਇੱਛਾ ਹੁੰਦੀ ਹੈ
कि साडा बच्चा जिहड़ा वो चंगा पढ़ लिख जाए, चंगी सिक्ख्या चंगी विद्या हासिल कर लवे। आपां भी चाहुंदे आ असीं भी अपने बच्चों की चंगी परवरिश करदे हां भाई। मैं तां कल्याण दास जी के मन विच भी सी भी मेरा पुत्र जिहड़ा नानक है ये चंगी विद्या पढ़ जाए, चंगी पढ़ाई पढ़ जाए। पर कहंदे वो ये नहीं सी समझ सके भी ये जिहड़ी पढ़ाई गुरु नानक साहब पहले ही पढ़ के आए ना निरंकार दे चरनां चों, ये दुनियावी पढ़ाई ते पिछे रह जाती है। जिहड़ी परमार्थ की पढ़ाई गुरु नानक साहब दुनिया नूं पढ़ाउण वास्ते आए है, इस गल की समझ नहीं सी माता पिता नूं। उन्होंने दुनियावी तौर पर अपने बच्चे नानक साहिब नूं पढ़ाउण दा भी यतन किया, पाधे कोल पढ़ने पाया। लिखारियां ने लिखिया भी होया भी पाधे कोल पढ़ने पाया, पाधे नूं आप पढ़ाया। फट्टी ते लिखिया एक ओंकार एक मस्ताना जोगी आया बाबर दे दरबार। बाबर उस समय दा बादशाह सी, राजा सी। बड़े यतन किए गुरु साहब नूं पढ़ाउण दे, पाधे नूं आप पढ़ाउंदे है। जदों पाधे कोल पढ़ने पाउंदे है, मैं तां कल्याण दास जी छड्ड के आउंदे है। जिम्मेवारी दे दित्ती पाधे नूं भी तुहाडी जिम्मेवारी है भी नानक नूं चंगी सिक्ख्या देनी है। पाधा कहंदा जी सतवचन तुसीं छड्ड जा करो रोज़। मैं तां कल्याण दास जी रोज़ छड्डण आउंदे आ पाठशाला दे विच। जदों पाठशाला दे विच पहुंच जांदे है, इन्हां दी चाल भी वखरी आम बच्चिਆਂ नालों, इन्हां दी बोल चाल भी वखरी, इन्हां दा तुरना फिरना भी वखरा। बच्चे ते शरारतां करदे आ क्लास विच। इन्हां दी जीवन शैली वो वखरी सी। पाधा भी जान गया सी कि इन्नी छोटी उम्र दे विच बड़ियां बड़ियां गल्लां करदे। जिहड़ा पाधा पढ़ाउण दा यतन करदा है वो गुरु नानक साहब आप पहलां बोल दिंदे। पाधा हैरान होया ते साध संगत इस गल दी जदों समझ ना लगी भी मैं की पढ़ावां, ये ते आप ही पढ़िया होया है। मैं तां कल्याण दास जी नूं कहण लग्या, पाधा कहंदा जी तुहाडे बालक नूं नानक जी नूं लै जाओ, मैं नहीं इन्हां नूं पढ़ा सकदा। पिता जी कहंदे भी की गल, तुसीं पढ़ा क्यों नहीं सकदे? कहंदा भी जिहड़ी पढ़ाई मैं पढ़ाउणी चाहुंदा, मैं ते दुनियावी विद्या देनी चाहुंदा है। इन्हां कोल ते पता नहीं किहड़ी विद्या। सवाल बाद च हुंदा, इह पहिलां जवाब दे दिंदे। ये तो पहले ही कोई किरपा इन्हां ते। पाधे दे कहण ते भी मैं तां कल्याण दास जी नूं समझ ना आई। फिर उही पुत्रां वाला हाल भी साडा बच्चा है। फिक्र सी भी हुणे पढ़ना भी नहीं। कुछ समा लंघदा गया ते साध संगत जदों कहंदे थोड़े वड्डे हुंदे आ, पिता जी कहण लगे भी हुण तूं वड्डा होण लग पिया नानक, तू पढ़ लिया कर। ते साध संगत कहंदे इन्हां ने फिर पिता जी नूं पढ़ाई तो कीती होई ना। फिर कहंदे गुस्से विच आके पिता जी कहंदे फिर चल मੱਝਾਂ ਗਾਵਾਂ ਚਾਰਿਆ कर। बचपन ਦੇ ਵਿੱਚ ਹੀ ਮੱਝਾਂ ਗਾਵਾਂ ਚਾਰਨ ਦੇ ਲਈ ਤੋਰ ਦਿੰਦੇ ਸਨ। ਮੱਝਾਂ ਗਾਵਾਂ ਚਰਦੀਆਂ ਕਿੱਧਰ ਫਿਰਦੀਆਂ, ਆਪ ਛਾਵੇਂ ਬਹਿ ਜਾਂਦੇ ਦਰਖਤ ਤੇ। ਦਰਖਤ ਦੀ ਸਾਵੇਂ ਬਹਿ ਜਾਂਦੇ ਤੇ ਮੱਝਾਂ ਗਾਵਾਂ ਚਰਦੀਆਂ ਫਿਰੀ ਜਾਂਦੀਆਂ, ਸ਼ਾਮ ਨੂੰ ਘਰ ਲੈ ਆਉਂਦੇ। ਕਹਿੰਦੇ ਇੱਕ ਦਿਨ ਦੁਪਹਿਰ ਦਾ ਸਮਾਂ ਸੀ। ਮਹਾਰਾਜ
ਦਰਖਤ ਦੀ ਠੰਡੀ ਛਾਂ ਹੇਠ ਪੈ ਜਾਂਦੇ ਆ, ਲੇਟ ਜਾਂਦੇ ਆ ਕੁਝ ਸਮੇਂ ਵਾਸਤੇ। ਜਦੋਂ ਆਰਾਮ ਕਰਨ ਲੱਗੇ ਤੇ ਸਾਧ ਸੰਗਤ ਮੱਝਾਂ ਗਾਵਾਂ ਜਿਹੜੀਆਂ ਸਾਨੂੰ ਚਰਦੀਆਂ ਚਰਦੀਆਂ ਕਿਸੇ ਕਿਸਾਨ ਦੇ ਖੇਤ ਵਿੱਚ ਚਲੀ ਜਾਂਦੀਆਂ। ਇੱਧਰ ਕੋਈ ਪਤਾ ਨਹੀਂ, ਮਹਾਰਾਜ ਆਰਾਮ ਨਾਲ ਪਏ ਹੈ। ਸੂਰਜ ਢਲਦਾ ਪਰ ਛਾਵੇਂ ਵੀ ਢਲ ਜਾਂਦੇ ਹੈ। ਜਿਹੜੀ ਛਾਵਾਂ ਦੇ ਵਿੱਚ ਪਏ ਸਨ ਉਹ ਛਾਂ ਢਲ ਕੇ ਕਿਤੇ ਹੋਰ ਹੀ ਚਲੀ ਜਾਂਦੀ ਹੈ। ਮਹਾਰਾਜ ਦੇ ਨੂਰੀ ਮੁਖੜੇ ਤੇ ਧੁੱਪ ਆ ਜਾਂਦੀ। ਕਹਿੰਦੇ ਇੱਕ ਸ਼ੇਸ਼ਨਾਗ ਨੇ ਆ ਕੇ ਛਾਂ ਕੀਤੀ। ਰਾਏ ਬੁਲਾਰ ਸਮੇਂ ਦਾ ਬਾਦਸ਼ਾਹ ਸੀ, ਉਹ ਕਹਿੰਦੇ ਕੋਲ ਦੀ ਲੰਘਣ ਲੱਗਿਆ। ਜਦੋਂ ਉਹਨੇ ਵੇਖਿਆ ਇਹ ਵੱਖਰਾ ਹੀ ਅੰਦਾਜ਼, ਵੱਖਰਾ ਕੌਤਕ ਵੀ ਪਰਛਾਵਾਂ ਢਲਣ ਦੇ ਨਾਲ ਨਾਨਕ ਜੀ ਦੇ ਮੁਖੜੇ ਤੇ ਧੁੱਪ ਆਈ ਤੇ ਇੱਕ ਨਾਗ ਕਈ ਫਣਾਂ ਵਾਲਾ ਉਹ ਛਾਂ ਕਰਕੇ ਬੈਠਾ। ਇਹ ਅੱਗੇ ਲੱਗ ਜਾਂਦਾ, ਜਦੋਂ ਨੇੜੇ ਜਾਂਦਾ ਹੈ ਤੇ ਸਾਧ ਸੰਗਤ ਸਾਰਾ ਕ੍ਰਿਸ਼ਮਾ ਵੇਖਦਾ, ਫਿਰ ਵਾਪਸ ਮੁੜ ਆ ਜਾਂਦਾ ਵੀ ਇਹ ਪਤਾ ਨਹੀਂ ਕਿਹੜੀ ਅਵਸਥਾ ਵਿੱਚ ਪਏ ਹੈ। ਪਿੱਛੇ ਮੁੜਨਾ ਵਾਜਬ ਸਮਝਿਆ, ਆਪਣੇ ਮਹਿਲਾਂ ਵੱਲ ਨੂੰ ਚੱਲ ਜਾਂਦਾ। ਤੇ ਜਦੋਂ ਫਿਰ ਜਾਗ ਖੁੱਲ੍ਹਦੀ ਹੈ, ਕਹਿੰਦੇ ਫਿਰ ਆਪਣੀਆਂ ਮੱਝਾਂ ਗਾਵਾਂ ਲੈ ਕਰਕੇ ਘਰ ਆ ਜਾਂਦੇ। ਜਦੋਂ ਦੂਈ ਸਵੇਰ ਉਹ ਖੇਤ ਦਾ ਮਾਲਕ ਆਪਣੇ ਖੇਤ ਵਿੱਚ ਜਾ ਕੇ ਵੇਖਦਾ ਹੈ। ਪਹਿਲਾਂ ਕਿਸਾਨ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ, ਸਵੇਰੇ ਸਾਜਰੇ ਉੱਠ ਕੇ ਆਪਣੇ ਖੇਤ ਵਿੱਚ ਗੇੜੇ ਮਾਰਦੇ ਸਨ। ਜਿਹੜੇ ਸਿਆਣੇ ਆ ਅੱਜ ਵੀ ਗੇੜਾ ਮਾਰਦੇ। ਇਹ ਸਭ ਤੋਂ ਪਹਿਲਾਂ ਉੱਠ ਕੇ ਆਪਣੇ ਖੇਤ ਵਿੱਚ ਗੇੜਾ ਮਾਰਨਾ, ਤਾਂ ਕਿ ਉਹ ਜਿਹੜੀ ਫਸਲ ਹੈ ਤੇ ਸਾਧ ਸੰਗਤ ਉਹ ਹੋਰ ਵੀ ਦੁੱਗਣੀ ਨਿਕਲਦੀ ਹੈ, ਜਿਨ੍ਹਾਂ ਦਾ ਮਾਲਕ ਗੇੜਾ ਰੱਖਦਾ ਹੈ। ਜਦੋਂ ਕਿਸਾਨ ਨੇ ਆ ਕੇ ਵੇਖਿਆ ਕਿ ਮੇਰੀ ਤੇ ਫਸਲ ਦਾ ਉਜਾੜਾ ਹੋਇਆ ਪਿਆ, ਤੇ ਸਾਧ ਸੰਗਤ ਕਹਿੰਦੇ ਫਿਰ ਇਹ ਰਾਏ ਬੁਲਾਰ ਕੋਲ ਸ਼ਿਕਾਇਤ ਲੈ ਕੇ ਚਲਾ ਜਾਂਦਾ। ਕਿਸਾਨ ਜਦੋਂ ਰਾਏ ਬੁਲਾਰ ਦੇ ਕੋਲ ਸ਼ਿਕਾਇਤ ਲੈ ਕੇ ਜਾਂਦਾ ਹੈ ਵੀ ਮੇਰੀ ਫਸਲ ਦਾ ਉਜਾੜਾ ਹੋ ਗਿਆ, ਮੈਂ ਤਾਂ ਕਲਿਆਣ ਦਾਸ ਦਾ ਸਪੁੱਤਰ ਨਾਨਕ ਬੜਾ ਇਸ ਗੱਲੋਂ ਬੇਪਰਵਾਹ ਏ, ਬੇਪਰਵਾਹੀਆਂ ਬਹੁਤ ਕਰਦਾ ਹੈ। ਆਪ ਸੁੱਤਾ ਰਹਿੰਦਾ ਤੇ ਮੱਝਾਂ ਗਾਵਾਂ ਲੋਕਾਂ ਦੇ ਖੇਤਾਂ ਵਿੱਚ ਉਜਾੜਾ ਕਰਦੀਆਂ ਫਿਰੀ ਜਾਂਦੀਆਂ। ਰਾਏ ਬੁਲਾਰ ਨੂੰ ਤੇ ਗੁਰੂ ਨਾਨਕ ਸਾਹਿਬ ਬਾਰੇ ਪਤਾ ਸੀ ਵੀ ਇਹ ਕੋਈ ਰੱਬੀ ਰੂਹ ਹੈ। ਹੁਣ ਕਿਸਾਨ ਦੀ ਸ਼ਿਕਾਇਤ ਤੇ ਗੁਰੂ ਨਾਨਕ ਸਾਹਿਬ ਨੂੰ ਬੁਲਾਇਆ ਜਾਂਦਾ। ਜਦੋਂ ਕਹਿੰਦੇ ਗੁਰੂ ਨਾਨਕ ਸਾਹਿਬ ਗਏ, ਬੇਨਤੀ ਕੀਤੀ, ਜੀ ਹਜ਼ੂਰ ਕੀ ਹੁਕਮ ਹੈ? ਕਹਿੰਦੇ ਫਿਰ ਰਾਏ ਬੁਲਾਰ ਨੇ ਆਖਿਆ ਵੀ ਇਹ ਕਿਸਾਨ ਤੁਹਾਡੇ ਖਿਲਾਫ ਸ਼ਿਕਾਇਤ ਲੈ ਕੇ ਆਇਆ। ਮਹਾਰਾਜ ਕਹਿੰਦੇ ਜੀ ਕੀ ਸ਼ਿਕਾਇਤ ਹੈ? ਕਹਿੰਦੇ ਵੀ ਤੁਹਾਡੀਆਂ ਮੱਝਾਂ ਗਾਵਾਂ ਨੇ ਜਿਹੜੀਆਂ ਉਹ ਇਹਨਾਂ ਦੇ ਖੇਤ ਵਿੱਚ ਜਾ ਕੇ ਉਜਾੜਾ ਕਰ ਰਹੀਆਂ, ਫਸਲ ਤਬਾਹ ਕਰ ਦਿੱਤੀ ਕਿਸਾਨ ਦੀ। ਤੇ ਸਾਧ ਸੰਗਤ ਰਾਏ ਬੁਲਾਰ ਕਹਿੰਦਾ ਵੀ ਫਸਲ ਜਿਹੜੀ ਹੈ ਕਿਸਾਨ ਦੀ ਜਿੰਦ ਜਾਨ ਹੁੰਦੀ ਹੈ, ਜੇ ਇਹ ਤਬਾਹ ਹੋ ਜਾਏ ਫਿਰ ਕਿਸਾਨ ਦਾ ਦੁੱਖ ਕੋਈ ਉਹ ਸਮਝ ਸਕਦਾ ਹੈ।
ਗੁਰੂ ਨਾਨਕ ਸਾਹਿਬ ਕਹਿੰਦੇ ਰਾਏ ਬੁਲਾਰ ਨੂੰ, ਕਹਿੰਦੇ ਬਾਦਸ਼ਾਹ ਮੈਂ ਕੋਈ ਇਹਨਾਂ ਦਾ ਨੁਕਸਾਨ ਨਹੀਂ ਕੀਤਾ, ਮੈਂ ਕੋਈ ਇਹਨਾਂ ਦੀ ਫਸਲ ਦੀ ਤਬਾਹੀ ਨਹੀਂ ਕੀਤੀ। ਕਿਸਾਨ ਬੋਲਿਆ, ਕਹਿੰਦਾ ਤੁਸੀਂ ਆਪ ਜਾ ਕੇ ਵੇਖ ਲਓ, ਚਲੋ ਖੇਤ ਵਿੱਚ ਤੁਹਾਨੂੰ ਦਿਖਾਵਾਂ। ਸਾਰੀ ਤੇ ਫਸਲ ਉਜਾੜ ਦਿੱਤੀ, ਛੱਡੇ ਹੀ ਕੱਖ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਚਲੋ ਦਿਖਾਓ। ਰਾਏ ਬੁਲਾਰ ਵੀ ਨਾਲ ਹੈ। ਕਿਸਾਨ ਅੱਗੇ ਅੱਗੇ ਆਉਂਦਾ ਭੱਜਿਆ ਕਿ ਆਓ ਤੁਹਾਨੂੰ ਮੈਂ ਵਿਖਾਉਣਾ। ਸੰਗਤੇ ਕਹਿੰਦੇ ਜਦੋਂ ਕਿਸਾਨ ਆਪਣੇ ਖੇਤਾਂ ਵਿੱਚ ਆਇਆ, ਕਿਸਾਨ ਅੱਖਾਂ ਮਲ ਮਲ ਵੇਖਦਾ, ਕਦੇ ਫਸਲ ਵੱਲ ਵੇਖਦਾ ਹੈ, ਕਦੇ ਗੁਰੂ ਨਾਨਕ ਸਾਹਿਬ ਵੱਲ ਵੇਖਦਾ ਹੈ। ਰਾਏ ਬੁਲਾਰ ਦੇ ਅੱਗੇ ਨੀਵੀਂ ਪਾ ਕੇ ਖੜ ਜਾਂਦਾ ਕਿਸਾਨ। ਸੱਚੇ ਪਾਤਸ਼ਾਹ ਕਹਿੰਦੇ ਦਿਖਾਓ ਦਿਖਾਓ, ਕਿਹੜਾ ਨੁਕਸਾਨ ਹੋਇਆ ਤੁਹਾਡਾ? ਕਹਿੰਦੇ ਕਿਸਾਨ ਨੀਵੀਂ ਪਾ ਕੇ ਖੜ ਗਿਆ, ਕਹਿਣ ਲੱਗਿਆ ਬਾਦਸ਼ਾਹ ਮੈਂ ਆਪਣੀਆਂ ਅੱਖਾਂ ਨਾਲ ਵੇਖ ਕੇ ਗਿਆ, ਮੇਰੀ ਫਸਲ ਦਾ ਉਜਾੜਾ, ਮੇਰੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ। ਤੇ ਸਾਧ ਸੰਗਤ ਕਹਿੰਦੇ ਉਹ ਕਿਸਾਨ ਕਹਿੰਦਾ ਵੀ ਹੁਣ ਇਹ ਕੀ ਵੇਖ ਰਿਹਾ, ਇਸ ਗੱਲ ਤੇ ਮੈਂ ਹੈਰਾਨ। ਸਾਧ ਸੰਗਤ ਕਹਿੰਦੇ ਫਿਰ ਉਹ ਕਿਸਾਨ ਨੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਮਾਫੀ ਮੰਗੀ, ਕਹਿਣ ਲੱਗਾ ਜੀ ਮੈਨੂੰ ਮਾਫ ਕਰ ਦਿਓ। ਸਮਝ ਪੈ ਗਈ ਸੀ ਵੀ ਉਜਾੜਾ ਤੇ ਮੈਂ ਆਪਣੀ ਅੱਖਾਂ ਨਾਲ ਵੇਖਿਆ, ਹੁਣ ਦੁਬਾਰਾ ਫੇਰ ਹਰੀ ਭਰੀ ਖੜੀ ਹੈ ਫਸਲ। ਤੇ ਸਾਧ ਸੰਗਤ ਫਿਰ ਮਾਫੀ ਮੰਗਦਾ ਕਿ ਮੈਂ ਐਵੇਂ ਤੁਹਾਡੇ ਖਿਲਾਫ ਗਿਆ। ਔਰ ਜਦੋਂ ਫਿਰ ਕਹਿੰਦੇ ਉਸ ਕਿਸਾਨ ਨੇ ਫਸਲ ਵੱਢੀ, ਜਿੰਨਾ ਸੋਚਿਆ ਸੀ ਉਦੋਂ ਦੁੱਗਣੀ ਫਸਲ ਨਿਕਲਦੀ। ਫਿਰ ਸ਼ੁਕਰਾਨਾ ਕਰਦਾ ਹੈ, ਧੰਨਵਾਦ ਕਰਦਾ ਹੈ ਕਿ ਮੇਰੇ ਸੋਚ ਦੇ ਮੁਤਾਬਕ, ਮੇਰੀ ਸੋਚ ਤੋਂ ਉੱਪਰ ਇਹ ਫਸਲ ਨਿਕਲੀ ਹੈ। ਸਾਧ ਸੰਗਤ ਜੀ, ਇਹ ਗੁਰੂ ਨਾਨਕ ਦਾ ਘਰ ਐਸਾ ਹੈ, ਆਪਾਂ ਸੋਚਦੇ ਕੁਝ ਹੋਰ ਹੁੰਦੇ ਆ, ਬਣ ਕੁਝ ਹੋਰ ਜਾਂਦਾ ਹੈ। ਇਹ ਗੁਰੂ ਨਾਨਕ ਦੀਆਂ ਰਹਿਮਤਾਂ ਨੇ ਜਿਨ੍ਹਾਂ ਉੱਤੇ ਵਰਤਣ ਲੱਗ ਜਾਂਦੀ ਹੈ। ਆ ਵੇਖਿਆ ਨਾ ਕਿਸਾਨ ਜਦੋਂ ਆਪਣੇ ਖੇਤਾਂ ਵਿੱਚ ਬੀਜ ਬੀਜਦੇ, ਹੁਣ ਆਪਾਂ ਕਣਕਾਂ ਬੀਜੀਆਂ, ਆਪਣੇ ਖੇਤਾਂ ਵਿੱਚ ਕਿਸਾਨਾਂ ਨੇ ਹੁਣ ਕਣਕਾਂ ਬੀਜੀਆਂ। ਕਿੰਨਾ ਕੁ ਬੀਜ ਹੁੰਦਾ ਜਿਹੜਾ ਕਿਸਾਨ ਆਪਣੇ ਘਰ ਤੋਂ ਬੀਜਣ ਵਾਸਤੇ ਲੈ ਕੇ ਜਾਂਦਾ, ਕਿੱਲਿਆਂ ਦੇ ਹਿਸਾਬ ਨਾਲ ਵੀ ਕਿੰਨਾ ਕੁ ਬੀਜ ਪੈਣਾ ਉਹਨਾਂ ਕੋ ਲੈ ਕੇ ਜਾਂਦਾ। ਉਦੋਂ ਬੋਰੀਆਂ ਦਾ ਹਿਸਾਬ ਹੁੰਦਾ, ਪਰ ਜਦੋਂ ਉਹ ਬੀਜ ਉਗਦਾ ਨਾ, ਫਿਰ 6 ਮਹੀਨੇ ਕਿਸਾਨ ਉਹਦੀ ਸੇਵਾ ਕਰਦਾ ਹੈ। ਥੋੜਾ ਬੀਜ ਲੈ ਕੇ ਜਾਂਦਾ, ਪਰ ਜਦੋਂ 6 ਮਹੀਨਿਆਂ ਬਾਅਦ ਉਹਦੀ ਮਿਹਨਤ ਦਾ ਫਲ ਮਿਲਦਾ, ਉਹ ਥੋੜੇ ਬੀਜ ਤੋਂ ਫਿਰ ਬੋਹਲ ਲੱਗ ਜਾਂਦੇ ਆ, ਬੋਹਲ।
ਬੀਜ ਗੱਡੇ ਤੇ ਧਰ ਕੇ ਲੈ ਕੇ ਜਾਂਦਾ, ਤੇ ਜਦੋਂ ਫਿਰ ਵੱਢ ਕੇ ਲਿਆਉਂਦਾ ਫਿਰ ਟਰਾਲੀਆਂ ਨੂੰ ਬਿੱਡ ਲਾ ਕੇ ਲੈ ਕੇ ਆਉਂਦਾ। ਇਹ ਮਿਹਨਤ ਦਾ ਫਲ ਹੈ। ਜਿਹੜਾ ਮਿਹਨਤ ਕਰਦਾ ਹੈ, ਹਰੇਕ ਦੀ ਮਿਹਨਤ ਨੂੰ ਫਲ ਲੱਗਣਾ ਹੀ ਲੱਗਣਾ ਹੈ। ਇਸ ਕਰਕੇ ਮਿਹਨਤ ਜਿਹੜੀ ਆ ਉਹ ਸਾਨੂੰ ਜਾਰੀ ਰੱਖਣੀ ਚਾਹੀਦੀ। ਮਿਹਨਤ ਦਾ ਮੁੱਲ ਜ਼ਰੂਰ ਮਿਲਦਾ ਹੈ। ਮਿਹਨਤ, ਚੰਗੇ ਕਰਮ ਕਰੀਏ, ਭਲਾਈ ਦੇ ਕੰਮ ਕਰੀਏ, ਇਹੀ ਸਾਡੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਹੈ ਵੀ ਮਾੜੇ ਕੰਮਾਂ ਤੋਂ ਸੰਕੋਚ ਕਰੋ, ਵੱਢੀ ਨਾ ਖਾਓ, ਹੱਕ ਤੇ ਸੱਚ ਦੀ ਕਮਾਈ ਕਰੋ। ਤਿੰਨ ਗੱਲਾਂ ਨੇ ਨਾ ਗੁਰੂ ਨਾਨਕ ਸਾਹਿਬ ਨੇ ਸੰਦੇਸ਼ ਦੇ ਵਿੱਚ ਦੱਸੀਆਂ ਹੋਈਆਂ ਕਿ ਕਿਰਤ ਕਰੋ, ਵੰਡ ਕੇ ਛਕੋ ਤੇ ਨਾਲ ਨਾਮ ਜਪੋ। ਗੁਰੂ ਨਾਨਕ ਦਾ ਜਿਹੜਾ ਸਿੱਖ ਹੈ ਉਹ ਕਿਰਤ ਕਰੇ ਤੇ ਪ੍ਰਮਾਤਮਾ ਦਾ ਨਾਮ ਜਪੇ, ਨਾਲ ਨਾਲ ਲੋੜਵੰਦਾਂ ਦੀ ਸੇਵਾ ਵੀ ਕਰਦਾ ਰਹੇ, ਚਿੱਤ ਨਿਰੰਕਾਰ ਦੇ ਚਰਨਾਂ ਨਾਲ ਜੋੜ ਕੇ ਤੇ ਹੱਥ ਕਾਰ ਵੱਲ ਵਧਾ ਕੇ। ਜਿਹੜਾ ਬੰਦਾ ਕਿਰਤ ਕਰਦਾ ਫਿਰ ਕਹਿੰਦੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀਂ ਪੈਰੀ ਕੰਮ ਕਰੀਏ। ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀਂ ਪੈਰੀ ਕੰਮ ਕਰੀਏ।